ਡੀਅਰ ਸਟੂਡੈਂਟਸ, ਪਿਛਲੇ ਲੈਕਚਰ ਦੇ ਵਿੱਚ ਆਪਾਂ ਐਂਟਰਪ੍ਰੀਨਿਓਰਸ਼ਿਪ ਦਾ ਚੈਪਟਰ ਜੋ ਹੈ GSCD ਸਬਜੈਕਟ ਦਾ 4th ਸਮੈਸਟਰ ਦੇ ਵਿੱਚ ਸਾਰੀਆਂ ਬ੍ਰਾਂਚਾਂ ਦਾ ਕਾਮਨ ਸਬਜੈਕਟ ਹੈ। ਇਸ ਦੇ ਵਿੱਚ ਆਪਾਂ ਐਂਟਰਪ੍ਰੀਨਿਓਰਸ਼ਿਪ ਦਾ ਕਨਸੈਪਟ ਅਤੇ ਐਂਟਰਪ੍ਰੀਨਿਓਰ ਦੀਆਂ ਕੁਆਲਿਟੀਜ਼ ਇਹਨਾਂ ਨੂੰ ਡਿਸਕਸ ਕੀਤਾ ਸੀ। ਅੱਜ ਆਪਾਂ ਉਸ ਤੋਂ ਅੱਗੇ ਚੱਲਾਂਗੇ। ਐਂਟਰਪ੍ਰੀਨਿਓਰੀਅਲ ਸਪੋਰਟ ਸਿਸਟਮ। एंटरप्रेन्योरियल सपोर्ट सिस्टम की है? इट इज़ नैटवर्क ऑफ इंस्टीट्यूशनस। बहुत सारे इंस्टीट्यूशनस ने जिहड़े सपोर्ट करते हैं नवे एंटरप्रेन्योर नूं, उन्हां दा एक नैटवर्क है। सपोर्ट सिस्टम तां बन गया, बहुत सारे इंस्टीट्यूशन नूं इकट्ठा किया गया, उहदी एक जदों सपोर्ट करन दे लई एक नैटवर्क बन गया। ये की करदा है? इट क्रिएट्स एंटरप्रेन्योर्स। एक ਕਿਸੇ ਵੀ ਇਨਸਾਨ ਨੂੰ ਐਂਟਰਪ੍ਰੀਨਿਓਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਨਵੇਂ ਵੈਂਚਰ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ, ਨਵੇਂ ਵੈਂਚਰ ਬਣਾਉਣ ਦੀ ਅਤੇ ਐਂਟਰਪ੍ਰੀਨਿਓਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਜੋ ਇਹ ਸਾਡਾ ਸਪੋਰਟ ਸਿਸਟਮ ਹੈ। ਇਟ ਪ੍ਰੋਵਾਈਡ ਪਾਵਰਫੁਲ ਲਿੰਕ ਅਮੰਗ ਔਰਗੇਨਾਈਜੇਸ਼ਨਸ। ਅਲੱਗ-ਅਲੱਗ ਔਰਗੇਨਾਈਜੇਸ਼ਨਸ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਪਾਵਰਫੁਲ ਲਿੰਕ ਬਣਾਉਂਦਾ ਹੈ ਕਿ ਸਾਰੇ ਇੱਕ ਦੂਜੇ ਨਾਲ ਜੁੜਨ, ਅਤੇ ਕਿਸੇ ਇੱਕ ਬੰਦੇ ਨੂੰ ਲੋੜ ਹੈ ਤਾਂ ਸਾਰੀਆਂ ਔਰਗੇਨਾਈਜੇਸ਼ਨ ਉਸ ਦੀਆਂ ਹੈਲਪ ਕਰਨ। ਐਂਡ ਇਟ ਕੰਟਰੀਬਿਊਟ ਟੂ ਇਕਨੋਮਿਕ ਡਿਵੈਲਪਮੈਂਟ ਐਂਡ ਗਰੋਥ। ਹੁਣ ਦੇਸ਼ ਨੂੰ ਸਾਨੂੰ ਪਤਾ ਹੈ ਕਿ ਬਹੁਤ ਲੋੜ ਹੈ ਇੰਡਸਟਰੀਅਲ ਡਿਵੈਲਪਮੈਂਟ ਦੀ। ਅਜੇ ਵੀ ਆਪਾਂ ਕਾਫੀ ਪਿੱਛੇ ਹਾਂ। ਪਹਿਲਾਂ ਆਜ਼ਾਦੀ ਦੇ ਸਮੇਂ ਜਦੋਂ ਸ਼ੁਰੂ ਹੋਇਆ ਸੀਗਾ, ਆਪਣਾ ਦੇਸ਼ ਆਜ਼ਾਦ ਹੋਇਆ, ਤਾਂ ਇੰਡਸਟਰੀਅਲ ਗਰੋਥ ਦੀ ਬਹੁਤ ਲੋੜ ਮਹਿਸੂਸ ਕੀਤੀ ਗਈ। ਹਾਲੇ ਵੀ ਵਰਲਡ ਦੇ ਮੁਤਾਬਕ ਅਜੇ ਆਪਾਂ ਪਿੱਛੇ ਹਾਂ, ਅਤੇ ਜਿੰਨੀਆਂ ਮਰਜ਼ੀ ਇੰਡਸਟਰੀਜ਼ ਆਪਾਂ ਖੋਲ੍ਹੀ ਜਾਈਏ, ਅਜੇ ਉਸ ਦੀ ਜਿਹੜੀ ਹੈ ਪੂਰਤੀ ਨਹੀਂ ਹੋ ਸਕਦੀ। ਨੀਡ ਫॉर ਇੰਸਟੀਟਿਊਸ਼ਨਲ ਸਪੋਰਟ। ਇਸ ਸਪੋਰਟ ਦੀ ਲੋੜ ਕਿਉਂ ਹੈ? ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਲੈਕ ਆਫ ਇੰਡਸਟਰੀਅਲ ਗਰੋਥ। ਇੰਡਸਟਰੀਅਲ ਗਰੋਥ ਘੱਟ ਹੈ, ਉਹਨੂੰ ਜਿੰਨਾ ਮਰਜ਼ੀ ਆਪਾਂ ਵਧਾ ਸਕਦੇ ਹਾਂ। ਫੀਅਰ ਟੂ ਸਟਾਰਟ ਨਿਊ ਵੈਂਚਰ। ਇੱਕ ਜਦੋਂ ਨਵਾਂ ਕੋਈ ਬੰਦਾ ਕੰਮ ਸ਼ੁਰੂ ਕਰਦਾ, ਉਹਦੇ 'ਚ ਬੜਾ ਡਰ ਹੁੰਦਾ ਹੈ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਖੁਦ ਤਾਂ ਡਰਦਾ ਹੀ ਡਰਦਾ, ਉਹਦੇ ਨਾਲ ਦੇ ਸਾਥੀ, ਉਹਦਾ ਪਰਿਵਾਰ, ਉਹਦੇ ਰਿਸ਼ਤੇਦਾਰ, ਉਹਦੇ ਗਲੀ ਮੁਹੱਲੇ 'ਚ ਸਾਰੇ ਡਰਾਉਂਦੇ। ਉਹ ਕੰਮ ਸ਼ੁਰੂ ਕਰਨਾ ਸੌਖਾ ਕੰਮ ਨਹੀਂ। ਸੋ ਉਸ ਚੀਜ਼ ਨੂੰ, ਉਸ ਡਰ ਨੂੰ ਘੱਟ ਕਰਨ ਵਾਸਤੇ ਉਹਨੂੰ ਮੋਟੀਵੇਟ ਕਰਨਾ, ਉਹਨੂੰ ਗਾਈਡ ਕਰਨਾ, ਉਹਦੀ ਟ੍ਰੇਨਿੰਗ ਦੇਣੀ, ਉਹਦੀ ਫਾਈਨੈਂਸ ਦੀ ਪ੍ਰੋਬਲਮ ਹੈਲਪ ਕਰਨਾ, ਉਹਨੂੰ ਦੱਸਣਾ ਕਿ ਇੱਥੋਂ ਤੈਨੂੰ ਲੋਨ ਮਿਲ ਸਕਦਾ, ਲੋਨ ਲੈ ਕੇ ਦੇਣਾ, ਪਰਮਿਸ਼ਨਸ ਐਂਡ ਲਾਇਸੈਂਸਿਸ ਲੈ ਕੇ ਦੇਣੇ ਉਸਨੂੰ, ਕਿ ਬਹੁਤ ਸਾਰੇ ਸਰਕਾਰੀ ਜਿਹੜੇ ਫਾਰਮੈਲਿਟੀਜ਼ ਹੁੰਦੀਆਂ ਕਿ ਕਿੱਥੋਂ ਕਿੱਥੋਂ ਪਰਮਿਸ਼ਨ ਚਾਹੀਦੀ ਹੈ, ਉਹ ਸਾਰੇ ਕਰਨ ਵਾਸਤੇ ਸਾਨੂੰ ਜਿਹੜਾ ਐਂਟਰਪ੍ਰੀਨਿਓਰੀਅਲ ਸਪੋਰਟ ਸਿਸਟਮ ਹੈ, ਇੱਕ ਇੰਸਟੀਟਿਊਸ਼ਨਲ ਸਪੋਰਟ ਦੀ ਤਰ੍ਹਾਂ ਕੰਮ ਕਰਦਾ ਹੈ। ਇਹਦੀ ਬਹੁਤ ਜ਼ਿਆਦਾ ਲੋੜ ਹੈ। ਬਹੁਤ ਸਾਰੇ ਇੰਸਟੀਚਿਊਟਸ ਨੇ ਜਿਹੜੇ ਐਂਟਰਪ੍ਰੀਨਿਓਰ ਨੂੰ ਸਪੋਰਟ ਕਰਦੇ ਨੇ। ਇਹਨਾਂ ਦੇ ਵਿੱਚ ਹੈ DIC, ਡਿਸਟ੍ਰਿਕਟ ਇੰਡਸਟਰੀ ਸੈਂਟਰ, ਕਮਰਸ਼ੀਅਲ ਬੈਂਕਸ, ਸਾਰੇ ਬੈਂਕ ਜਿਹੜੇ ਨੇ ਉਹ ਐਂਟਰਪ੍ਰੀਨਿਓਰ ਦੀ ਸਪੋਰਟ ਕਰਦੇ ਨੇ। SFC, ਸਟੇਟ ਫਾਈਨੈਂਸ਼ੀਅਲ ਕਾਰਪੋਰੇਸ਼ਨ, ਹਰੇਕ ਸਟੇਟ ਦੀ ਆਪਣੀ ਇੱਕ ਫਾਈਨੈਂਸ਼ੀਅਲ ਕਾਰਪੋਰੇਸ਼ਨ ਬਣਾਈ ਗਈ ਹੈ। ਹਰੇਕ ਸਟੇਟ ਦੇ ਵਿੱਚ ਇੱਕ SISI, ਸਮਾਲ ਇੰਡਸਟਰੀ ਸਰਵਿਸ ਇੰਸਟੀਚਿਊਟ ਹੁੰਦਾ ਹੈ, ਜਿਹਦਾ ਹੁਣ ਨਾਮ MSME, ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਸਰਵਿਸ ਇੰਸਟੀਚਿਊਟ ਉਸਦਾ ਨਾਮ ਹੈ। ਦੈਨ SIDBI, ਸਮਾਲ ਇੰਡਸਟਰੀ ਡਿਵੈਲਪਮੈਂਟ ਬੈਂਕ ਆਫ ਇੰਡੀਆ, NABARD, ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ, NSIC, ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ। ਇਹ ਕੁਝ ਇੰਸਟੀਟਿਊਸ਼ਨਸ ਨੇ। ਇਸ ਤੋਂ ਇਲਾਵਾ ਹੋਰ ਵੀ ਸਟੇਟ ਵਾਈਜ਼ ਵੀ ਅਤੇ ਹੋਰ ਨੈਸ਼ਨਲ ਵਾਈਜ਼ ਹੋਰ ਵੀ ਕਾਫੀ ਸਾਰੇ ਇੰਸਟੀਟਿਊਸ਼ਨਸ ਨੇ ਜਿਹੜੇ ਇੱਕ ਐਂਟਰਪ੍ਰੀਨਿਓਰ ਨੂੰ ਹੈਲਪ ਕਰਦੇ ਨੇ। ਆਪਾਂ ਸਾਰਿਆਂ ਨੂੰ ਇਕੱਲੇ ਇਕੱਲੇ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ DIC, ਡਿਸਟ੍ਰਿਕਟ ਇੰਡਸਟਰੀ ਸੈਂਟਰ। ਇਹ ਸੈਂਟਰਲੀ ਸਪੋਂਸਰਡ ਸਕੀਮ ਹੈ। ਹਰੇਕ ਸਟੇਟ ਗੌਰਮੈਂਟ ਅਤੇ ਸੈਂਟਰਲ ਗੌਰਮੈਂਟ ਦੀ ਹੈਲਪ ਦੇ ਨਾਲ ਇਹ ਜਿਹੜਾ ਹੈ DIC ਸਾਰੇ ਡਿਸਟ੍ਰਿਕਟ ਦੇ ਵਿੱਚ ਬਣਾਇਆ ਜਾਂਦਾ ਹੈ। ਇਹ 1978 ਦੇ ਵਿੱਚ ਲੇਬਰ ਡੇ, ਅੱਜ ਵੀ ਜਦੋਂ ਮੈਂ ਅੱਜ ਇਹ ਲੈਕਚਰ ਰਿਕਾਰਡ ਕਰ ਰਿਹਾ, ਅੱਜ 1 ਮਈ ਹੈ 2020 ਦੀ, ਅਤੇ ਅੱਜ ਦੇ ਦਿਨ 1978 ਦੇ ਵਿੱਚ, ਅੱਜ ਤੋਂ 42 ਸਾਲ ਪਹਿਲਾਂ DIC ਸੈਂਟਰ ਗੌਰਮੈਂਟ ਨੇ ਸ਼ੁਰੂ ਕੀਤੇ ਸੀਗੇ। ਇਹ ਕੀ ਕਰਦੇ ਨੇ? ਟੂ ਹੈਲਪ ਟਾਈਨੀ ਐਂਡ ਕਾਟੇਜ ਇੰਡਸਟਰੀਜ਼ ਇਨ ਵਿਲੇਜਸ। ਪਹਿਲਾਂ ਉਸ ਲਈ ਸ਼ੁਰੂ ਕੀਤੇ ਗਏ ਸੀ। ਹੁਣ ਇਹ ਸਾਰੇ ਜ਼ਿਲ੍ਹੇ ਦੇ, ਇਟ ਇਜ਼ ਐਨ ਇੰਟੀਗ੍ਰੇਟਿਡ ਇੰਸਟੀਚਿਊਟ ਐਟ ਡਿਸਟ੍ਰਿਕਟ ਲੈਵਲ ਟੂ ਪ੍ਰੋਵਾਈਡ ਆਲ ਫੈਸਿਲਿਟੀਜ਼ ਟੂ ਐਂਟਰਪ੍ਰੀਨਿਓਰ। ਚਾਹੇ ਸ਼ਹਿਰ ਦੇ ਵਿੱਚ ਹੈ, ਚਾਹੇ ਵਿਲੇਜ ਦੇ ਵਿੱਚ ਹੈ, ਕੋਈ ਬੈਕਵਰਡ ਏਰੀਆ, ਫਾਰਵਰਡ ਏਰੀਆ, ਹਰ ਜਗ੍ਹਾ ਇਹ ਜਿਹੜਾ ਐਂਟਰਪ੍ਰੀਨਿਓਰ ਹੈ ਉਸ ਨੂੰ ਸਾਰੀਆਂ ਫੈਸਿਲਿਟੀਜ਼ ਦੇਣ ਲਈ ਇਹ ਸਥਾਪਿਤ ਕੀਤੇ ਗਏ ਨੇ। ਫੰਕਸ਼ਨਸ ਆਫ DIC, ਡਿਸਟ੍ਰਿਕਟ ਇੰਡਸਟਰੀ ਸੈਂਟਰਸ ਦੇ ਫੰਕਸ਼ਨ ਕੀ ਨੇ? ਆਈਡੈਂਟੀਫਿਕੇਸ਼ਨ ਆਫ ਐਂਟਰਪ੍ਰੀਨਿਓਰ। ਉਹਨਾਂ ਲੋਕਾਂ ਨੂੰ ਆਈਡੈਂਟੀਫਾਈ ਕਰਨਾ ਕਿ ਜਿਹੜੇ ਐਂਟਰਪ੍ਰੀਨਿਓਰ ਬਣ ਸਕਦੇ ਨੇ।
ਅੱਜकੱਲ ਐਡ ਵੀ ਆਉਂਦੀ ਹੈ, ਕਿਸੇ ਨੇ ਆਪਣਾ ਕੰਮ ਸ਼ੁਰੂ ਕਰਨਾ ਹੈ, ਸਾਡੇ ਕੋਲ ਆ ਕੇ ਟ੍ਰੇਨਿੰਗ ਕਰ ਲਓ, ਸਾਡੇ ਕੋਲ ਰਜਿਸਟ੍ਰੇਸ਼ਨ ਕਰਾਓ, ਅਸੀਂ ਤੁਹਾਨੂੰ ਟ੍ਰੇਨਿੰਗ ਵੀ ਦਿੰਦੇ ਹਾਂ, ਤੁਹਾਡੀ ਹਰ ਤਰ੍ਹਾਂ ਦੀ ਹੈਲਪ ਕਰਦੇ ਹਾਂ। ਸੋ ਆਇਡੈਂਟੀਫਿਕੇਸ਼ਨ ਆਫ ਐਂਟਰਪ੍ਰੇਨਿਓਰ ਇਹਨਾਂ ਦਾ ਪਹਿਲਾ ਮਕਸਦ ਹੈ। ਦੈਨ ਪ੍ਰੋਵੀਜ਼ਨਲ ਰਜਿਸਟ੍ਰੇਸ਼ਨ ਉਹਨਾਂ ਦੀ ਕਰਨੀ, ਜਿਹੜਾ ਉਹਨਾਂ ਨੇ ਕੰਮ ਖੋਲ੍ਹਣਾ ਹੈ ਉਹਦੀ ਉਹਨਾਂ ਨੂੰ ਕੱਚੀ ਰਜਿਸਟ੍ਰੇਸ਼ਨ ਕਰਨੀ। ਫਿਰ ਜਦੋਂ ਕੰਮ ਥੋੜ੍ਹਾ ਜਿਹਾ ਸ਼ੁਰੂ ਹੋਣ ਦੇ ਨੇੜੇ ਹੋ ਜਾਂਦਾ ਜਾਂ ਥੋੜ੍ਹਾ ਜਿਹਾ ਸ਼ੁਰੂ ਹੋ ਜਾਂਦਾ, ਫਿਰ ਉਹਨਾਂ ਦੀ ਪਰਮਾਨੈਂਟ ਰਜਿਸਟ੍ਰੇਸ਼ਨ ਕਰਨੀ। ਦੈਨ ਅਸਿਸਟੈਂਸ ਆਫ ਵਿਲੇਜ ਆਰਟੀਸਨ ਐਂਡ ਹੈਂਡੀਕ੍ਰਾਫਟ, ਜਿਹੜੇ ਪਿੰਡਾਂ ਦੇ ਵਿੱਚ ਖੁਦ ਹੱਥੀਂ ਕੰਮ ਕਰਕੇ ਕੋਈ ਚੀਜ਼ਾਂ ਬਣਾਉਂਦੇ ਨੇ। ਜਿਵੇਂ ਆਪਾਂ ਵੇਖਦੇ ਹਾਂ ਕਿ ਆਪਾਂ ਕਈ ਵਾਰੀ ਦੇਖਦੇ ਹਾਂ ਕਿ ਕਈ ਲੋਕ ਬੜੇ ਸੋਹਣੇ ਆਰਟਿਸਟ ਹੁੰਦੇ ਨੇ, ਕਈ ਹੈਂਡੀਕ੍ਰਾਫਟ ਬੜੇ ਸੋਹਣੇ ਬਣਾ ਲੈਂਦੇ ਨੇ, ਕਈ ਵੇਸਟ ਤੋਂ ਬੜੇ ਸੋਹਣੇ ਮਟੀਰੀਅਲ ਬਣਾ ਲੈਂਦੇ ਨੇ, ਉਹਨਾਂ ਦੀ ਹੈਲਪ ਕਰਨੀ। ਪਰਚੇਜ ਆਫ ਫਿਕਸਡ ਐਸਟਸ, ਜਿਵੇਂ ਲੈਂਡ ਹੈ, ਉਹਦੀ ਬਿਲਡਿੰਗ ਬਣਾਉਣੀ ਹੈ, ਮਸ਼ੀਨ ਲੈਣੀ ਹੈ, ਉਹਦੇ ਲਈ ਉਹਨਾਂ ਦੀ ਹੈਲਪ ਕਰਨੀ। ਪਰਚੇਜ ਕਰਨ ਦੇ ਵਿੱਚ ਉਹਨਾਂ ਨੂੰ ਪੈਸੇ ਦਾ ਅਰੇਂਜ ਕਰਾਉਣਾ। ਇੰਟਰਸਟ ਫ੍ਰੀ ਲੋਨ ਲੈ ਕੇ ਦੇਣੇ ਉਹਦੇ ਵਾਸਤੇ। ਜਿਹੜਾ ਅਗਲੇ ਨੇ ਸਮਾਨ ਤਿਆਰ ਕਰ ਲਿਆ ਉਹਦੇ ਫੇਅਰ ਲਾਉਣੇ, ਐਗਜੀਬਿਸ਼ਨ ਲਾਉਣੀਆਂ, ਲੋਕਾਂ ਤੱਕ ਦਿਖਾਉਣੀਆਂ ਕਿ ਉਹ ਇਸ ਨੂੰ ਜਿਹੜਾ ਹੈ ਅੱਗੇ ਜਾ ਕੇ ਫਰਦਰ ਲੋਕੀ ਖਰੀਦਣ ਅਤੇ ਉਹਨਾਂ ਦੀ ਇਨਕਮ ਵਧੇ, ਨਾਲੇ ਉਹਨਾਂ ਦਾ ਹੋਰ ਅੱਗੇ ਕੰਮ ਕਰਨ ਦਾ ਹੌਸਲਾ ਵਧੇ। ਦੈਨ ਟ੍ਰੇਨਿੰਗ ਪ੍ਰੋਗਰਾਮ ਕਰਾਉਣੇ, ਜਿਵੇਂ ਕਿਸੇ ਨੇ ਇੰਡਸਟਰੀ ਕੋਈ ਖੋਲ੍ਹਣੀ ਹੈ ਉਹਨੂੰ ਉਸ ਦੀ ਟ੍ਰੇਨਿੰਗ ਦੇਣੀ, ਇੰਡਸਟਰੀ ਚਲਾਉਣ ਦੀ ਟ੍ਰੇਨਿੰਗ ਦੇਣੀ, ਮੈਨੇਜਮੈਂਟ ਦੀ ਟ੍ਰੇਨਿੰਗ ਦੇਣੀ। ਇਹ ਸਾਰਾ ਕੰਮ ਜਿਹੜਾ ਹੈਗਾ DIC ਅਲੱਗ-ਅਲੱਗ ਇਸ ਦੇ ਫੰਕਸ਼ਨਸ ਨੇ, ਇਹਨਾਂ ਦੇ ਅਧੀਨ ਹੀ ਕਰਾਉਂਦੇ ਹੈ। ਇਨਸੈਂਟਿਵਜ਼ ਐਂਡ ਸਬਸਿਡੀਜ਼, ਕੋਈ ਸਰਕਾਰ ਵੱਲੋਂ ਇਨਸੈਂਟਿਵ ਅਤੇ ਸਬਸਿਡੀਜ਼ ਜਿਹੜੀਆਂ ਅਨਾਊਂਸ ਕੀਤੀਆਂ ਜਾਂਦੀਆਂ, ਕਿਉਂਕਿ ਸਰਕਾਰ ਨੂੰ ਵੀ ਲੋੜ ਹੈ ਇੰਡਸਟਰੀ ਦੀ ਗਰੋਥ ਦੀ। ਔਰ ਸਰਕਾਰ ਇਕੱਲੀ ਜਿਹੜੀ ਹੈ, ਕਿਉਂਕਿ ਆਪਾਂ ਹਾਲੇ ਡਿਵੈਲਪਿੰਗ ਕੰਟਰੀ ਆ, ਇੰਨਾ ਸਰਕਾਰ ਦੇ ਵੱਸ 'ਚ ਨਹੀਂ ਹੈਗਾ ਕਿ ਸਾਰੀਆਂ ਇੰਡਸਟਰੀ ਸਰਕਾਰ ਹੀ ਲਾਵੇ ਅਤੇ ਆਪ ਹੀ ਸੰਭਾਲੇ। ਸੋ ਇਸ ਲਈ ਅੱਗੇ ਪ੍ਰਾਈਵੇਟ ਪਰਸਨਸ ਨੂੰ, ਐਂਟਰਪ੍ਰੇਨਿਓਰ ਨੂੰ ਇਹ ਉਤਸ਼ਾਹਿਤ ਕਰਦੀ ਹੈ ਕਿ ਆਪਣੀ ਇੰਡਸਟਰੀ ਲਾਓ। ਅਤੇ ਜਿਵੇਂ ਜਿਹੜਾ ਕੋਈ ਆਪਾਂ ਲੋਨ ਲੈਂਦੇ ਹਾਂ, ਜੇ ਅਸੀਂ ਸਹੀ ਸਮੇਂ 'ਤੇ ਉਹਨੂੰ ਪੇ ਕਰਦੇ ਹਾਂ, ਆਪਣਾ ਕੰਮ ਵਧੀਆ ਕਰਦੇ ਹਾਂ, ਸਾਨੂੰ ਕਾਫੀ ਇਨਾਮ ਜਿਹੜੇ ਆ ਸਰਕਾਰ ਵੱਲੋਂ ਮਿਲਦੇ ਆ, ਸਬਸਿਡੀਜ਼ ਵੀ ਬਹੁਤ ਮਿਲਦੀਆਂ। ਇਸ ਤੋਂ ਬਾਅਦ ਸੈਲਫ ਇੰਪਲਾਇਮੈਂਟ ਦੇ ਲਈ, ਇਹ ਸਾਰਾ ਕੁਛ ਸੈਲਫ ਇੰਪਲਾਇਮੈਂਟ ਲਈ ਹੀ ਅਸੀਂ ਕੀਤਾ ਅਤੇ ਖੁਦ ਵੀ ਰੁਜ਼ਗਾਰ ਪ੍ਰਾਪਤ ਕਰਨਾ ਹੈ ਅਤੇ ਹੋਰਾਂ ਨੂੰ ਵੀ ਰੁਜ਼ਗਾਰ ਦੇਣਾ। ਇਹ ਸਾਰੇ DIC ਦੇ ਫੰਕਸ਼ਨਸ ਦੇ ਅੰਡਰ ਆ ਜਾਂਦਾ ਹੈ। ਕਮਰਸ਼ੀਅਲ ਬੈਂਕਸ ਹੈ, ਸਾਰੇ ਜਿੰਨੇ ਵੀ ਬੈਂਕ ਨੇ, ਚਾਹੇ ਸਟੇਟ ਬੈਂਕ ਆਫ ਇੰਡੀਆ ਹੈ, ਪੰਜਾਬ ਨੈਸ਼ਨਲ ਬੈਂਕ ਹੈ, ਪੰਜਾਬ ਐਂਡ ਸਿੰਧ ਬੈਂਕ ਹੈ, ਯੂਕੋ ਬੈਂਕ ਹੈ, ਕਈ ਬੈਂਕ ਨੇ, ਉਹ ਸਾਰੇ ਹੀ ਅਲੱਗ-ਅਲੱਗ ਤਰ੍ਹਾਂ ਦੇ ਲੋਨ ਜਿਹੜੇ ਨੇ ਸਮਾਲ ਐਂਟਰਪ੍ਰੇਨਿਓਰ ਨੂੰ ਦਿੰਦੇ ਨੇ, ਮਤਲਬ ਹੈਲਪ ਕਰਦੇ ਨੇ ਉਹਨਾਂ ਦੀ ਫਾਈਨੈਂਸ਼ੀਅਲ ਰਿਕੁਆਇਰਮੈਂਟ ਪੂਰੀ ਕਰਨ ਦੇ ਲਈ। ਉਹਨਾਂ ਨੂੰ ਜਿਹੜਾ ਟਰਮ ਲੋਨਸ ਦਿੰਦੇ ਨੇ, ਇੰਸਟਾਲਮੈਂਟ ਕ੍ਰੈਡਿਟ ਦਿੰਦੇ ਨੇ, ਅਤੇ ਅੰਦਰ ਸਪੈਸ਼ਲ ਸਕੀਮਸ ਜਿਹੜੀ ਅਸਿਸਟੈਂਸ ਹੈ, ਜੇ ਗੌਰਮੈਂਟ ਸਕੀਮ ਚਲਾ ਦਿੰਦੀ ਹੈ ਜਿਹਦੇ ਬਾਰੇ ਪਾਸ ਤਾਂ DIC ਜਾਂ ਜਿਹੜਾ MSME ਉਹ ਕਰਦੇ ਨੇ, ਇਹ ਪੈਸਾ ਸਾਰਾ ਬੈਂਕਾਂ ਦੇ ਥਰੂ ਦਿੱਤਾ ਜਾਂਦਾ ਹੈ। ਇਹ ਸਾਰਾ ਜੋ ਹੈ ਅਸਿਸਟੈਂਸ ਅੰਡਰ ਸਪੈਸ਼ਲ ਸਕੀਮ ਹੈ, ਜਿਵੇਂ ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਹੋ ਜਾਂਦੀ ਹੈ, ਖਾਦੀ ਗ੍ਰਾਮ ਵਿਲੇਜ ਇੰਡਸਟਰੀ ਯੋਜਨਾ, ਇਸ ਤਰ੍ਹਾਂ ਦੇ ਬਹੁਤ ਸਾਰੇ ਸਕੀਮਸ ਨੇ ਜਿਹੜੀਆਂ ਸਮੇਂ-ਸਮੇਂ ਸਿਰ ਚੱਲਦੀਆਂ ਰਹਿੰਦੀਆਂ ਨੇ, ਆਉਂਦੀਆਂ ਨੇ। ਜਦੋਂ ਆਪਾਂ ਬੈਂਕ 'ਚ ਜਾਂਦੇ ਹਾਂ ਸਾਨੂੰ ਪਤਾ ਲੱਗ ਜਾਂਦਾ, ਕਈ ਵਾਰੀ ਵੂਮਨ ਦੇ ਵਾਸਤੇ ਖਾਸ ਸਕੀਮ ਆਈ ਹੁੰਦੀ ਹੈ, ਕੋਈ ਸਾਬਕਾ ਫੌਜੀਆਂ ਵਾਸਤੇ, SC SC ਕੈਟਾਗਰੀ ਵਾਸਤੇ, ਹੈਂਡੀਕੈਪਡ ਵਾਸਤੇ। ਉਹ ਸਾਰੀਆਂ ਜਿੰਨੀਆਂ ਵੀ ਸਕੀਮਸ ਹੈ ਬੈਂਕ ਦੇ ਥਰੂ ਹੀ ਸਭ ਦੀਆਂ ਫਾਈਨੈਂਸ਼ੀਅਲ ਰਿਕੁਆਇਰਮੈਂਟ ਹੈ ਉਹ ਪੂਰੀਆਂ ਕੀਤੀਆਂ ਜਾਂਦੀਆਂ। ਰਿਜ਼ਰਵ ਬੈਂਕ ਆਫ ਇੰਡੀਆ, ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇੰਡੀਆ ਦੇ ਵਿੱਚ ਇੱਕ ਰਿਜ਼ਰਵ ਬੈਂਕ ਆਫ ਇੰਡੀਆ ਹੈ, ਕਿਉਂਕਿ ਜਿਹੜੇ ਵੀ ਨੋਟ ਹੈ, ਜਿੰਨੇ ਵੀ ਸਾਡੇ ਪੈਸੇ ਹੁੰਦੇ ਨੇ, ਚਾਹੇ 100 ਦਾ ਨੋਟ ਹੈ, 50 ਦਾ ਨੋਟ ਹੈ, 10 ਦਾ ਨੋਟ ਹੈ, 5 ਦਾ ਨੋਟ ਹੈ, 1000 ਦਾ 500 ਦਾ ਨੋਟ ਹੈ, 2000 ਦਾ ਨੋਟ ਹੈ, ਸਾਰਿਆਂ ਦੇ ਉੱਤੇ ਲਿਖਿਆ ਹੁੰਦਾ ਰਿਜ਼ਰਵ ਬੈਂਕ ਆਫ ਇੰਡੀਆ। ਅਤੇ ਸਾਰਿਆਂ ਦੇ ਉੱਤੇ ਮੈਂ ਧਾਰਕ ਕੋ ਇੰਨੇ ਪੈਸੇ ਅਦਾ ਕਰਨੇ ਦਾ ਵਚਨ ਦੇਤਾ ਹੂੰ, ਗਵਰਨਰ ਦੇ ਸਾਈਨ ਹੁੰਦੇ ਨੇ। ਸੋ ਬਹੁਤ ਸਭ ਤੋਂ ਵੱਡਾ ਬੈਂਕ ਹੈ। ਇਟ ਇਜ਼ ਸੈਂਟਰਲ ਬੈਂਕ। ਇਹਨੇ ਇੱਕ ਲੀਡ ਬੈਂਕ ਸਕੀਮ ਚਲਾਈ ਸੀ 1969 ਦੇ ਵਿੱਚ। ਇਟ ਸਟਾਰਟਡ ਲੀਡ ਬੈਂਕ ਸਕੀਮ ਇਜ਼ 1969। ਲੀਡ ਬੈਂਕ ਕੀ ਹੈ ਕਿ ਉਹ ਬੈਂਕ ਜਿਹੜਾ ਹੋਏਗਾ ਉਸ ਹਰੇਕ ਡਿਸਟ੍ਰਿਕਟ ਦਾ ਇੱਕ ਲੀਡ ਬੈਂਕ ਹੋਏਗਾ, ਉਸ ਤੋਂ ਬਾਅਦ ਸਟੇਟ ਦਾ ਇੱਕ ਲੀਡ ਬੈਂਕ ਹੋਏਗਾ, ਜਿਹੜਾ ਕਿ ਜ਼ਿਆਦਾਤਰ ਐਂਟਰਪ੍ਰੇਨਿਓਰਸ ਨੂੰ ਲੋਨ ਦੇਣ ਦੇ ਕੰਮ ਕਰੇਗਾ। ਸੋ ਇਹ ਹਰੇਕ ਡਿਸਟ੍ਰਿਕਟ ਦਾ ਆਪਣਾ ਆਪਣਾ ਲੀਡ ਬੈਂਕ ਹੁੰਦਾ। ਜੇਕਰ ਉੱਥੇ ਜਾਂਦੇ ਹਾਂ ਤਾਂ ਉਹ RBI ਜੋ ਰਿਜ਼ਰਵ ਬੈਂਕ ਆਫ ਇੰਡੀਆ, ਉਹਦੀਆਂ ਸਕੀਮਸ ਦਾ ਫਾਇਦਾ ਜ਼ਿਆਦਾ ਮਿਲਦਾ ਹੈ। ਵੈਸੇ ਤਾਂ ਸਾਰੇ ਬੈਂਕਸ ਨਹੀਂ ਦੇਣਾ, ਪਰ ਲੀਡ ਬੈਂਕ ਨੇ ਜ਼ਿਆਦਾ ਫਾਇਦਾ ਦੇਣਾ ਹੁੰਦਾ ਹੈ। ਇਟ ਇਸ਼ੂਜ਼ ਗਾਈਡਲਾਈਨਸ ਟੂ ਕਮਰਸ਼ੀਅਲ ਬੈਂਕ। ਇਹ ਸਾਰੇ ਜਿੰਨੇ ਵੀ ਕਮਰਸ਼ੀਅਲ ਬੈਂਕ ਆ ਉਹਨਾਂ ਨੂੰ ਕੀ ਗਾਈਡਲਾਈਨ ਇਸ਼ੂ ਕਰਦਾ ਹੈ? ਉਹਨਾਂ ਨੂੰ ਕਹਿੰਦਾ ਕਿ ਟਾਈਮਲੀ ਡਿਸਪੋਜ਼ਲ ਆਫ ਲੋਨ ਐਪਲੀਕੇਸ਼ਨ। ਜੇ ਤੁਹਾਨੂੰ ਕੋਈ ਐਪਲੀਕੇਸ਼ਨ ਆਉਂਦੀ ਹੈ ਉਹਨੂੰ ਟਾਈਮ ਸਿਰ ਉਹਦਾ ਯੈਸ ਨੋ ਕਰੋ, ਪਾਸ ਕਰਨੀ ਪਾਸ ਕਰੋ, ਰਿਜੈਕਟ ਕਰਨੀ ਰਿਜੈਕਟ ਕਰੋ।
ਟੂ ਗ੍ਰਾਂਟ ਵਰਕਿੰਗ ਕੈਪੀਟਲ ਐਟ ਲੋ ਇੰਟਰਸਟ ਰੇਟ। ਤੇ ਉਹਨਾਂ ਨੂੰ ਜੋ ਵਰਕਿੰਗ ਕੈਪੀਟਲ ਹੈ ਉਹ ਲੋ ਇੰਟਰਸਟ ਰੇਟ ਤੇ ਦਿਓ। ਵਰਕਿੰਗ ਕੈਪੀਟਲ ਮੀਨ ਇੱਕ ਤਾਂ ਹੋ ਗਿਆ ਕਿ ਪਹਿਲਾਂ ਅਸੀਂ ਪੈਸੇ ਲੈ ਲਏ ਆਪਣਾ ਲੈਂਡ ਲਈ, ਬਿਲਡਿੰਗ ਲਈ, ਮਸ਼ੀਨਰੀ ਲਈ। ਉਸ ਤੋਂ ਬਾਅਦ ਵਰਕਿੰਗ ਕੈਪੀਟਲ ਕੋਈ ਰਾ ਮਟੀਰੀਅਲ ਲਿਆਉਣਾ, ਵਰਕਰ ਨੂੰ ਤਨਖਾਹ ਦੇਣੀ, ਬਿਜਲੀ ਦਾ ਬਿੱਲ ਦੇਣਾ, ਆਉਣਾ ਜਾਣਾ ਹੈ, ਟਰਾਂਸਪੋਰਟੇਸ਼ਨ ਹੈ, ਉਹਦੇ ਲਈ ਵੀ ਖਰਚਾ ਹੁੰਦਾ ਹੈ। ਕਿਉਂਕਿ ਉਹ ਵੀ ਇੱਕਦਮ ਸਾਡੇ ਕੋਲ ਇੰਨੇ ਪੈਸੇ ਨਹੀਂ ਹੁੰਦੇ ਕਿ ਅਸੀਂ ਸਾਰਾ ਕੁਝ ਬਣਾਈਏ। ਕਿਉਂਕਿ 2-3 ਮਹੀਨੇ ਅਸੀਂ ਜਦੋਂ ਬਣਾਉਣਾ ਸ਼ੁਰੂ ਕਰਦੇ ਹਾਂ, ਬਣਾ ਕੇ ਰੱਖਦੇ ਹਾਂ, ਵੇਚਣ ਨੂੰ ਕੰਮ ਟਾਈਮ ਲੱਗਦਾ ਹੈ, ਤਾਂ ਉਸ ਤੋਂ ਬਾਅਦ ਸਾਨੂੰ ਪੈਸੇ ਆਉਣੇ ਸ਼ੁਰੂ ਹੋ ਜਾਂਦੇ ਹੈ। ਫਿਰ ਸਾਡਾ ਸਰਕਲ ਚੱਲ ਪੈਂਦਾ। ਪਰ ਜਿਹੜਾ ਸ਼ੁਰੂ ਦੇ ਵਿੱਚ ਸਾਨੂੰ ਕੁਝ ਪੈਸਾ ਜਿਹੜਾ ਹੈਗਾ ਵਰਕਿੰਗ ਕੈਪੀਟਲ ਹੈ ਉਹ ਲੋ ਇੰਟਰਸਟ 'ਤੇ ਸੈਂਟਰਲ ਬੈਂਕ ਜੋ RBI ਹੈ ਉਹ ਕਹਿੰਦਾ ਹੈ ਕਿ ਐਂਟਰਪ੍ਰੀਨਿਓਰ ਨੂੰ ਦਿਓ। ਐਂਡ ਇਟ ਇਸ਼ੂ ਗਾਈਡਲਾਈਨ ਟੂ ਸੈਟ ਅਪ ਸਪੈਸ਼ਲ ਬੈਂਕ ਬ੍ਰਾਂਚਿਸ ਫॉर ਲੋਨ। ਕੁਝ ਜਿਹੜੀਆਂ ਹੈਗੀਆਂ ਬੈਂਕਾਂ ਨੂੰ ਇਹ ਹਦਾਇਤ ਦਿੰਦਾ ਹੈ ਕਿ ਕੁਝ ਬ੍ਰਾਂਚਾਂ ਸਪੈਸ਼ਲ ਜਿਹੜੀਆਂ ਹੈਗੀਆਂ ਲੋਨ ਵਾਸਤੇ ਹੀ ਡੈਡੀਕੇਟ ਕਰੋ ਕਿ ਜਿੱਥੋਂ ਸਿਰਫ ਐਂਟਰਪ੍ਰੀਨਿਓਰ ਨੂੰ ਲੋਨ ਦਿੱਤੇ ਜਾਣ। ਸਟੇਟ ਫਾਈਨੈਂਸ਼ੀਅਲ ਕਾਰਪੋਰੇਸ਼ਨਸ SFC, ਇਹ ਜਿਵੇਂ ਆਪਣੇ ਪੰਜਾਬ ਦੇ ਵਿੱਚ ਪੰਜਾਬ ਫਾਈਨੈਂਸ਼ੀਅਲ ਕਾਰਪੋਰੇਸ਼ਨ ਹੈ, ਹਰਿਆਣੇ ਦੇ ਵਿੱਚ ਹਰਿਆਣਾ ਫਾਈਨੈਂਸ਼ੀਅਲ ਕਾਰਪੋਰੇਸ਼ਨ ਹੈ। ਇਹ ਸਾਰੇ ਜਿਹੜੇ ਆ ਜੁਆਇੰਟ ਵੈਂਚਰ ਹੁੰਦੇ ਆ ਸਟੇਟ ਗੌਰਮੈਂਟ ਦਾ ਤੇ IDBI ਦਾ, ਇੰਡਸਟਰੀਅਲ ਡਿਵੈਲਪਮੈਂਟ ਬੈਂਕ ਆਫ ਇੰਡੀਆ। ਇਹ ਦੋਨਾਂ ਦਾ ਇਕੱਠਾ ਮਤਲਬ ਕਿ ਭਾਰਤ ਸਰਕਾਰ ਦਾ ਤੇ ਜਿਹੜਾ ਹੈਗਾ ਰਾਜ ਸਰਕਾਰ ਦਾ ਇਕੱਠਾ ਇਹ ਕਾਰਪੋਰੇਸ਼ਨ ਬਣਾਈ ਜਾਂਦੀ ਹੈ। ਕੰਮ ਇਹਦਾ ਵੀ ਸੇਮ ਉਹੀ, ਇਟ ਪ੍ਰੋਵਾਈਡ ਵਰਕਿੰਗ ਕੈਪੀਟਲ ਐਂਡ ਸ਼ਾਰਟ ਟਰਮ ਨੀਡਸ, ਲੌਂਗ ਟਰਮ ਫਾਈਨਾਂਸ ਟੂ ਇੰਡਸਟਰੀਅਲ ਯੂਨਿਟਸ, financial assistance to small and medium units and special kind of entrepreneurs like technocrats, handicapped, ex-servicemen and others like ਕੁਛ ਵੂਮਨ ਦੇ ਵਾਸਤੇ ਸਕੀਮ ਹੁੰਦੀਆਂ ਹੈ, ਕੁਛ SC ST ਵਾਸਤੇ ਹੋ ਜਾਂਦੀਆਂ, ਕੁਛ ਹੋਰ ਖਾਸ ਕੈਟੇਗਰੀ ਵਾਸਤੇ ਸਮੇਂ ਸਿਰ ਇਹ ਸਕੀਮਸ ਆਉਂਦੀਆਂ ਰਹਿੰਦੀਆਂ, ਵਿਲੇਜ ਵਾਸਤੇ ਆ ਜਾਂਦੀਆਂ। ਤਾਂ ਇਹ ਸਾਰੇ ਕੰਮ ਜਿਹੜੇ ਹੈ ਇਹ SFC ਜਿਹੜਾ ਹੈਗਾ ਇੱਕ ਤਰ੍ਹਾਂ ਇਹ ਜਿਹੜਾ ਹੈਗਾ ਸਾਡਾ DIC ਪਲੱਸ ਬੈਂਕ ਦਾ ਇੱਕ ਮਿਕਸਚਰ ਹੈ। ਮਤਲਬ ਇਹ ਹੈਲਪ ਵੀ ਕਰਦਾ ਐਂਟਰਪ੍ਰੀਨਿਓਰ ਨੂੰ ਉਹਦਾ ਜਿਹੜਾ ਪਰਮਿਸ਼ਨ ਲੈਣ ਦੇਣ ਦੀ ਸਾਰੀ ਰਿਪੋਰਟ ਬਣਾਉਣ ਦੇ ਵਿੱਚ ਵੀ ਅਤੇ ਪੈਸੇ ਦੇਣ ਵਿੱਚ ਵੀ। ਦੈਨ ਰੀਹੈਬਿਲੀਏਸ਼ਨ ਆਫ ਸਿਕ ਯੂਨਿਟਸ, ਕਈ ਯੂਨਿਟ ਜਿਹੜੀਆਂ ਹੈਗੀਆਂ ਨਹੀਂ ਚੱਲਦੀਆਂ, ਕੰਮ ਨਹੀਂ ਚੱਲਦਾ, ਕਿਸੇ ਨੇ ਖੋਲ੍ਹਿਆ ਅਤੇ ਲੋਨ ਉਹਦਾ ਖੜ੍ਹਾ ਅਤੇ ਉਹ ਨਹੀਂ ਪੇ ਕਰ ਪਾ ਰਿਹਾ, ਤਾਂ ਉਸ ਨੂੰ ਇਹ ਲੈ ਕੇ ਕਿਸੇ ਹੋਰ ਨੂੰ ਜਿਹੜਾ ਹੈਗਾ ਕੋਈ ਹੋਰ ਜੇ ਉਹਨੂੰ ਚਲਾਉਣਾ ਚਾਹੇ ਤਾਂ ਉਸ ਨੂੰ ਵੀ ਹੈਲਪ ਦਿੰਦੀ ਹੈ, ਫਾਈਨੈਂਸ਼ੀਅਲ ਹੈਲਪ ਵੀ ਦਿੰਦੀ ਹੈ ਕਿ ਤੂੰ ਇਹ ਚਲਾ ਯੂਨਿਟ ਅਤੇ ਇਸ ਨੂੰ ਰੀਹੈਬਲੀਏਟ ਕਰ। ਕਈ ਵਾਰੀ ਆਪਾਂ ਅਖਬਾਰਾਂ ਵਿੱਚ ਪੜ੍ਹਦੇ ਹਾਂ ਕਿ ਜਿਵੇਂ ਹੈ ਜਿੱਥੇ ਹੈ ਦੇ ਆਧਾਰ 'ਤੇ ਇਹ ਚੀਜ਼ ਵਿਕਾਊ ਹੈ। ਉਹਦਾ ਮਤਲਬ ਇਹ ਹੁੰਦਾ ਕਿ ਕੰਪਨੀ ਜਿਹੜੀ ਹੈ ਉਹ ਕਿਸੇ ਨੇ ਸ਼ੁਰੂ ਕੀਤੀ ਸੀ ਕੋਈ ਫੈਕਟਰੀ, ਉਹ ਬੰਦ ਹੋ ਗਈ, ਉਹਦੇ ਤੋਂ ਨਹੀਂ ਚਲਾਈ ਗਈ, ਫੇਲ ਹੋ ਗਿਆ, ਤਾਂ ਫਿਰ ਉਹ ਦੁਬਾਰਾ ਜਿਹਨੇ ਲੋਨ ਦਿੱਤਾ ਉਹ ਉਸ ਨੂੰ ਆਪਣੇ ਅੰਡਰ ਲੈ ਲੈਂਦੀ ਹੈ, ਕਿਸੇ ਹੋਰ ਨੂੰ ਫਿਰ ਆਵਾਜ਼ ਦਿੰਦੀ ਹੈ, ਐਡਵਰਟਾਈਜ਼ ਕਰਦੀ ਹੈ ਕਿ ਕੋਈ ਹੋਰ ਚਲਾਉਣਾ ਚਾਹੁੰਦਾ ਤਾਂ ਚਲਾਏ। ਟਰਮ ਲੋਨ ਫॉर ਪਲਾਂਟ, ਬਿਲਡਿੰਗ ਐਂਡ ਲੈਂਡ, ਜਿਵੇਂ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਲੈਂਡ, ਬਿਲਡਿੰਗ ਅਤੇ ਪਲਾਂਟ ਜੋ ਮਸ਼ੀਨਰੀ ਖਰੀਦਣੀ ਹੈ ਉਹਦੇ ਲਈ ਟਰਮ ਲੋਨ ਦਿੰਦੀ ਹੈ। ਦੈਨ ਫੁੱਲ ਅਸਿਸਟੈਂਸ ਟੂ ਐਂਟਰਪ੍ਰੀਨਿਓਰ, ਮਤਲਬ ਜਿਵੇਂ ਐਂਟਰਪ੍ਰੀਨਿਓਰ ਨੂੰ ਜੋ ਜੋ ਹੈਲਪ ਚਾਹੀਦੀ ਹੈ ਉਹ ਸਾਰਾ ਜੋ ਫਾਈਨੈਂਸ਼ੀਅਲ ਕਾਰਪੋਰੇਸ਼ਨ ਹੈ ਰਾਜ ਦੀ ਉਹ ਦਿੰਦੀ ਹੈ। SISI ਸਮਾਲ ਇੰਡਸਟਰੀ ਸਰਵਿਸ ਇੰਸਟੀਚਿਊਟ, ਹੁਣ ਇਸ ਦਾ ਨਾਮ MSME ਹੈ, ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਿਸ ਸਰਵਿਸ ਇੰਸਟੀਚਿਊਟ। ਇਹ ਸੈਂਟਰ ਗੌਰਮੈਂਟ ਦਾ ਅਦਾਰਾ ਹੈ, ਹਰੇਕ ਸਟੇਟ ਦੇ ਵਿੱਚ ਇੱਕ MSME ਜੋ ਹੈ ਇੰਸਟੀਚਿਊਟ ਹੈ ਉਹ ਹੁੰਦਾ। ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਹੈ। ਇੱਕ ਟੈਕਨੀਕਲ ਕੰਸਲਟੈਂਸੀ ਸਰਵਿਸ ਪ੍ਰੋਵਾਈਡ ਕਰਦਾ ਹੈ ਕਿ ਜਿਸ ਕਿਸੇ ਨੂੰ ਕੋਈ ਵੀ ਟੈਕਨੀਕਲੀ ਜੋ ਵੀ ਲੋੜ ਹੈ, ਜੋ ਵੀ ਇੰਡਸਟਰੀ ਉਹ ਖੋਲ੍ਹਣੀ ਚਾਹੁੰਦਾ, ਪ੍ਰੋਡਕਟ ਬਣਾਉਣੀ ਚਾਹੁੰਦਾ, ਉਸ ਦੀ ਪੂਰੀ ਤਰ੍ਹਾਂ ਉਸ ਨੂੰ ਟੈਕਨੋਲੋਜੀ ਦੇਣੀ, ਉਹਦੀ ਸਰਵਿਸ ਦੇਣੀ, ਕਿੱਥੋਂ ਕੀ ਕੀ ਮਿਲੇਗਾ ਸਾਰਾ ਦੱਸਣਾ। ਇਹ ਜਿਹੜਾ ਹੈਗਾ MSC ਵੱਲੋਂ ਪੂਰੀ ਹੈਲਪ ਕੀਤੀ ਜਾਂਦੀ ਹੈ। ਜਿਸ ਕਿਸੇ ਨੇ ਇਹ ਕੋਈ ਵੀ ਇੰਡਸਟਰੀ ਖੋਲ੍ਹਣੀ ਹੈ ਉਹਦੀ ਟੈਕਨੀਕਲੀ ਪੂਰੀ ਉਸ ਨੂੰ ਕੰਸਲਟੈਂਸੀ ਹੈ MSME ਵੱਲੋਂ ਦਿੱਤੀ ਜਾਂਦੀ ਹੈ। ਦੈਨ ਅੱਗੇ ਆ ਜਾਂਦਾ ਇਕਨੋਮਿਕ ਇਨਵੈਸਟੀਗੇਸ਼ਨ ਸਰਵਿਸਿਜ਼। ਇਹਨਾਂ ਵੱਲੋਂ ਵੱਖ-ਵੱਖ ਸਰਵੇ ਕੀਤੇ ਜਾਂਦੇ ਰਹਿੰਦੇ ਨੇ ਕਿ ਕਿਹੜੇ ਏਰੀਏ 'ਚ ਕਿਹੜੀ ਇੰਡਸਟਰੀ ਦੀ ਲੋੜ ਹੈ, ਕਿਹੜੀ ਕਮੀ ਹੈ, ਕਿਸ ਚੀਜ਼ ਨੂੰ ਚਾਹੀਦਾ ਹੈ, ਉਹਦੀ ਪੂਰੀ ਤਰ੍ਹਾਂ ਸਰਵੇ ਕਰਦੇ ਰਹਿੰਦੇ ਨੇ। ਮਾਰਕੀਟ ਦਾ ਸਰਵੇ ਕਰਦੇ ਰਹਿੰਦੇ ਹੈ, ਕਿੱਥੇ ਕਿੱਥੇ ਕਿਹੜੇ ਬੈਂਕ ਵੱਲੋਂ, ਕਿਹੜੇ ਫਾਈਨੈਂਸ਼ੀਅਲ ਇੰਸਟੀਚਿਊਟ ਵੱਲੋਂ ਕੀ ਕੀ ਹੈਲਪ ਉਪਲਬਧ ਹੈ, ਉਹ ਸਾਰਾ ਇਹਨਾਂ ਦਾ ਸਰਵੇ ਚੱਲਦਾ ਰਹਿੰਦਾ। ਸਾਰਾ ਡਾਟਾ ਇਹਨਾਂ ਕੋਲੋਂ ਲਿਆ ਜਾ ਸਕਦਾ ਹੈ। ਮੈਨੇਜਰੀਅਲ ਕੰਸਲਟੈਂਸੀ ਸਰਵਿਸਿਜ਼, ਇਹ ਜਿਹੜਾ ਵੱਖਰੇ ਵੱਖਰੇ ਜਿਹੜੇ ਕੋਈ ਇੰਡਸਟਰੀ ਕਿਸੇ ਨੇ ਲਾ ਲਈ ਹੈ, ਉਹਨੂੰ ਮੈਨੇਜਮੈਂਟ ਦੀ ਕੋਈ ਟ੍ਰੇਨਿੰਗ ਦੀ ਲੋੜ ਹੈ
ਕੰਸਲਟੈਂਸੀ ਦੀ ਲੋੜ ਹੈ ਪਰਸੋਨਲ ਦੇ, ਹਿਊਮਨ ਰਿਸੋਰਸ ਦੇ ਲਈ, ਫਾਈਨਾਂਸ ਦੇ ਲਈ, ਮਾਰਕੀਟਿੰਗ ਦੇ ਲਈ, ਟੈਕਸੇਸ਼ਨ ਦੇ ਲਈ, ਕਿਸ ਤਰ੍ਹਾਂ ਦੀ ਵੀ ਜੋ ਵੀ ਲੋੜ ਹੈ ਇਹ ਪੂਰੀ ਕੰਸਲਟੈਂਸੀ MSME ਵੱਲੋਂ ਕੀਤੀ ਜਾਂਦੀ ਹੈ। ਜੋ ਲੇਬਰ ਦੇ ਵਿੱਚ ਕੋਈ ਉਸ ਨੂੰ ਸਕਿੱਲ ਦੇਣਾ ਹੈ, ਕੋਈ ਉਹਦੀ ਕੁਆਲਿਟੀ ਵਧਾਉਣੀ ਹੈ, ਉਸਦੀ ਪ੍ਰੋਡਕਟੀਵਿਟੀ ਵਧਾਉਣੀ ਹੈ, ਉਹ ਵੀ MSME ਕੋਰਸ ਕਰਾ ਕੇ, ਟ੍ਰੇਨਿੰਗ ਕੋਰਸ ਕਰਾ ਕੇ, ਪ੍ਰੋਡਕਟ ਡਿਵੈਲਪਮੈਂਟ 'ਤੇ ਵੀ ਕੋਰਸ ਕਰਾ ਕੇ ਇਹ ਦੱਸਦੀ ਹੈ। EDPs ਐਂਟਰਪ੍ਰੇਨਿਓਰੀਅਲ ਡਿਵੈਲਪਮੈਂਟ ਪ੍ਰੋਗਰਾਮ, ਇਹ ਵੀ ਜਿਹੜੇ ਨੇ ਵੱਖਰੇ ਵੱਖਰੇ ਸਮੇਂ 'ਤੇ 1 ਹਫ਼ਤੇ ਦਾ, 2 ਹਫ਼ਤੇ ਦਾ, 4 ਹਫ਼ਤੇ ਦਾ, 6 ਹਫ਼ਤੇ ਦੇ ਜਿਹੜੇ ਕੋਰਸ ਕਰਾਉਂਦੇ ਰਹਿੰਦੇ ਹੈ। ਕੋਈ ਨਵੇਂ ਜਿਹੜੇ ਵੀ ਕੋਈ ਨਵਾਂ ਕੰਮ ਖੋਲ੍ਹਣਾ ਚਾਹੁੰਦਾ ਐਡ ਕੱਢਦੇ ਨੇ ਅਖਬਾਰਾਂ ਦੇ ਵਿੱਚ, ਔਨਲਾਈਨ ਵੀ ਨੈੱਟ 'ਤੇ ਵੀ ਐਡ ਦਿੰਦੇ ਨੇ। ਫ੍ਰੀ ਕੋਰਸ ਇਹਨਾਂ ਵੱਲੋਂ ਕਰਵਾਏ ਜਾਂਦੇ ਹੈ ਕਿ ਕਿਸੇ ਨੇ ਵੀ ਕੋਈ ਆਪਣਾ ਕੰਮ ਖੋਲ੍ਹਣਾ, ਟ੍ਰੇਨਿੰਗ ਲੈਣੀ ਹੈ ਤਾਂ ਇਹਨਾਂ ਕੋਲ ਆ ਕੇ ਲੈ ਸਕਦਾ। ਮਾਰਕੀਟ ਅਸਿਸਟੈਂਸ ਐਂਡ ਸਰਵਿਸਿਜ਼, ਪੂਰੇ ਮਾਰਕੀਟਿੰਗ ਕਰਨ ਦੇ ਲਈ ਇਹਨਾਂ ਕੋਲ ਪੂਰਾ ਡਾਟਾ ਅਵੇਲੇਬਲ ਹੈ। ਮਾਰਕੀਟ ਦੀ ਇਨਫੋਰਮੇਸ਼ਨ, ਕਿੱਥੇ ਕਿਹੜੀ ਚੀਜ਼ ਮਿਲਦੀ ਹੈ, ਰਾ ਮਟੀਰੀਅਲ ਕਿਹੜਾ ਕਿੱਥੋਂ ਮਿਲਦਾ ਹੈ, ਤੁਹਾਡੀ ਪ੍ਰੋਡਕਟ ਕਿੱਥੇ ਵਿਕੇਗੀ, ਕਿੱਥੇ ਫਿਜ਼ੀਬਿਲਿਟੀ ਹੈ, ਪੂਰੀ ਸਰਵਿਸ ਇਹਨਾਂ ਵੱਲੋਂ। ਨਾਲ ਹੀ ਬਾਇਰ ਸੈਲਰ ਦੀ ਮੀਟ ਕਰਾਉਂਦੀ ਹੈ, ਉਹਨਾਂ ਦੇ ਡੀਲਿੰਗ ਕਰਵਾਉਂਦੀ ਹੈ, ਬਹੁਤ ਇਹਨਾਂ ਵੱਲੋਂ ਇਹ ਹੈਲਪ ਕੀਤੀ ਜਾਂਦੀ ਹੈ। ਐਕਸਪੋਰਟ ਪ੍ਰਮੋਸ਼ਨ ਸਰਵਿਸਿਜ਼, ਐਕਸਪੋਰਟ ਜਿੱਥੇ ਆਪਣਾ ਦੇਸ਼ ਵੱਲੋਂ ਇਹ ਵੀ ਚਾਹਿਆ ਜਾਂਦਾ ਹੈ ਕਿ ਜੋ ਸਮਾਨ ਹੈ ਇੰਨੀ ਕੁ ਕੁਆਲਿਟੀ ਦਾ ਹੋਏ ਕਿ ਬਾਹਰਲੇ ਦੇਸ਼ਾਂ 'ਚ ਵੀ ਉਹਦੀ ਮੰਗ ਹੋਵੇ। ਐਕਸਪੋਰਟ ਦੀ ਮਾਰਕੀਟ ਇਨਫੋਰਮੇਸ਼ਨ ਇਹਨਾਂ ਕੋਲ ਅਵੇਲੇਬਲ ਹੈ। ਪ੍ਰੋਸੈਸ ਕੀ ਹੈ, ਪ੍ਰੋਸੀਜਰ ਕੀ ਹੈ ਬਾਹਰ ਸਮਾਨ ਭੇਜਣ ਦਾ, ਉਹ ਵੀ ਇਹਨਾਂ ਕੋਲ ਮਿਲ ਜਾਂਦਾ ਹੈ। ਐਕਸਪੋਰਟ ਦਾ ਸਮਾਨ ਪੈਕ ਕਿਵੇਂ ਕਰਨਾ ਹੈ, ਮੈਨੇਜ ਕਿਵੇਂ ਕਰਨਾ ਹੈ, ਅਤੇ ਨਾਲ ਹੀ ਸੈਮੀਨਾਰ ਵਰਕਸ਼ਾਪ ਵੀ ਕਰਾਉਂਦੇ ਐਕਸਪੋਰਟ ਰਿਲੇਟਿਡ ਪ੍ਰੋਸੀਜਰ 'ਤੇ। ਹੋਰ ਵੀ ਬਹੁਤ ਸਾਰੀਆਂ ਕਾਮਨ ਫੈਸਿਲਿਟੀਜ਼ ਹੈਗੀਆਂ, ਜਿਵੇਂ ਜੋਬ ਕਿਵੇਂ ਬਣਾਉਣੀ ਹੈ, ਕਿੱਥੋਂ ਸਮਾਨ ਲੈਣਾ, ਟੂਲ ਕਿੱਥੋਂ ਮਿਲਣਾ ਹੈ, ਇੰਡਸਟਰੀਅਲ ਡਿਜ਼ਾਈਨ ਕੀ ਹੈ। ਇੰਡਸਟਰੀਅਲ ਵਰਕਰ ਨੂੰ ਵੀ ਇਹ ਟ੍ਰੇਨਿੰਗ ਦੇ ਦਿੰਦੀ ਹੈ ਇਹ ਜਿਹੜੀ MSME ਹੈ। ਦੈਨ ਟੈਕਨੋਲੋਜੀ ਅਪਗ੍ਰੇਡੇਸ਼ਨ ਸਰਵਿਸਿਜ਼, ਕੋਈ ਸਾਡਾ ਪੁਰਾਣੀ ਹੋ ਗਈ ਮਸ਼ੀਨ, ਅਸੀਂ ਉਸ ਨੂੰ ਮਾਡਰਨ ਲੈਣਾ ਹੈ, ਉਸ ਦੀ ਕੋਈ ਟੈਕਨੋਲੋਜੀ ਅਪਗ੍ਰੇਡ ਕਰਨੀ ਹੈ, ਉਹਦੇ ਬਾਰੇ ਵੀ ਸਾਨੂੰ ਇਹ ਜਿਹੜੀ MSME ਹੈ ਪੂਰਾ ਗਾਈਡ ਕਰਦੀ ਹੈ। ਅਸਿਸਟੈਂਸ ਟੂ ਸਟੇਟ ਗੌਰਮੈਂਟ ਏਜੰਸੀਜ਼, ਜਿੰਨੀਆਂ ਵੀ ਦੂਜੀਆਂ ਸਟੇਟ ਗੌਰਮੈਂਟ ਏਜੰਸੀਜ਼ ਹੈ, ਜਿਵੇਂ ਡਿਸਟ੍ਰਿਕਟ ਇੰਡਸਟਰੀ ਸੈਂਟਰ ਹੈ, ਡਾਇਰੈਕਟੋਰੇਟ ਆਫ ਇੰਡਸਟਰੀ ਹੈ, ਕਾਰਪੋਰੇਸ਼ਨ ਹੈ ਜਿਹੜੀਆਂ ਸਟੇਟ ਦੀਆਂ, ਸਾਰਿਆਂ ਨੂੰ ਇਹ ਪੂਰੀ ਹੈਲਪ ਦਿੰਦੀ ਹੈ ਇਹ ਵਾਲਾ ਜਿਹੜਾ ਇੰਸਟੀਚਿਊਟ ਹੈ MSME। ਲਾਇਬ੍ਰੇਰੀ ਇਹਨਾਂ ਕੋਲ ਇੱਕ ਅਵੇਲੇਬਲ ਹੁੰਦੀ ਹੈ, ਹਰ ਤਰ੍ਹਾਂ ਦੀ ਟੈਕਨੀਕਲ ਕਿਤਾਬ, ਮੈਗਜ਼ੀਨ, ਜਰਨਲ, ਜਿਹਦੇ 'ਚ ਇੰਡਸਟਰੀ ਬਾਰੇ ਪੂਰੀ ਜਾਣਕਾਰੀ, ਪ੍ਰੋਜੈਕਟ ਅਲੱਗ-ਅਲੱਗ ਤਰ੍ਹਾਂ ਦੇ, ਕਿੱਥੋਂ ਕੀ ਮਿਲਦਾ, ਸਭ ਤਰ੍ਹਾਂ ਦੀ ਮੈਨੂਅਲ ਰੈਫਰੈਂਸ ਸਾਰਾ ਇਹਨਾਂ ਕੋਲ ਅਵੇਲੇਬਲ ਹੁੰਦਾ। ਇਨਸੈਂਟਿਵਸ ਫॉर ਜੋ ਸਮਾਲ ਸਕੇਲ ਸੈਕਟਰ ਹੈ, ਜੋ ਸਰਕਾਰ ਵੱਲੋਂ ਜਿਹੜੇ ਦਿੱਤੇ ਜਾਂਦੇ ਹੈ, ਉਹ ਸਾਰਿਆਂ ਬਾਰੇ ਦੱਸਦਾ ਹੈਗਾ। ਅਤੇ ਕਈ ਇਨਸੈਂਟਿਵ ਹੁੰਦੇ ਵੀ ਇਹਨਾਂ ਦੇ ਥਰੂ ਹੈ ਛੋਟੀਆਂ ਯੂਨਿਟ ਵਾਸਤੇ, ਜਿਵੇਂ ਕਿ ਕੋਈ ਸਬਸਿਡੀ ਆ ਗਈ, ਕੋਈ ਇਨਾਮ ਆ ਗਿਆ, ਇਸ ਤਰ੍ਹਾਂ ਦੀ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਇਨਸੈਂਟਿਵ ਹੈ ਉਹ ਜਿਹੜਾ MSME ਦੇ ਵੱਲੋਂ ਦਿੱਤੇ ਜਾਂਦੇ ਆ। SIDBI, ਜਿਹਨੂੰ ਆਪਾਂ SIDBI ਵੀ ਕਹਿ ਦਿੰਦੇ ਹਾਂ, ਫੁੱਲ ਫਾਰਮ ਹੈ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ ਇੰਡੀਆ। ਇਹ ਵੀ ਜਿਹੜਾ ਹੈਗਾ 1990 ਦੇ ਵਿੱਚ ਬਣਾਇਆ ਗਿਆ ਸੀ। ਇਹ ਵੀ ਅਲੱਗ-ਅਲੱਗ ਜਿਹੜੇ ਕੰਮ ਕਰਦਾ ਹੈਗਾ ਇੱਕ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੀ ਤਰ੍ਹਾਂ, ਕਿ ਇੰਡਸਟਰੀ ਲਈ ਪ੍ਰਮੋਸ਼ਨ ਕਰਨੀ, ਫਾਈਨਾਂਸ ਕਰਨਾ ਅਤੇ ਡਿਵੈਲਪ ਕਰਨਾ ਅਤੇ ਕੋਆਰਡੀਨੇਟ ਕਰਨਾ, ਇਹ ਸਾਰਾ ਇਸ ਬੈਂਕ ਦਾ ਵੀ ਇੱਕ ਕੰਮ ਹੈ। ਜਿਵੇਂ ਫਾਈਨੈਂਸ਼ੀਅਲ ਕਾਰਪੋਰੇਸ਼ਨ ਹੈ, ਉਵੇਂ ਹੀ SIDBI ਦਾ ਕੰਮ ਹੈ। ਇਹ ਵੀ ਇੱਕ ਜਿਹੜੇ ਸਾਡੇ ਨਵੇਂ ਐਂਟਰਪ੍ਰੇਨਿਓਰ ਦੇ ਲਈ ਬਹੁਤ ਹੀ ਵਧੀਆ ਅਦਾਰਾ। SIDBI ਦੇ ਫੰਕਸ਼ਨ ਸੇਮ ਲਾਈਕ ਅਦਰ ਫਾਈਨੈਂਸ਼ੀਅਲ ਇੰਸਟੀਟਿਊਸ਼ਨ, ਬਾਕੀ ਇੰਸਟੀਟਿਊਸ਼ਨ ਦੀ ਤਰ੍ਹਾਂ ਹੀ ਇਹਦੇ ਕੰਮ ਨੇ। ਲੋਨ ਦਿੰਦਾ ਹੈ, ਸਰਵਿਸ ਦਿੰਦਾ ਹੈ, ਸਟਾਕ ਜਿਹੜੇ ਨਾਲ ਇਹਦਾ ਇੱਕ ਖਾਸ ਕੰਮ ਹੈ, ਜਿਹੜਾ ਸਟੇਟ ਫਾਈਨੈਂਸ਼ੀਅਲ ਕਾਰਪੋਰੇਸ਼ਨ ਹੈ ਉਹਦੇ ਸ਼ੇਅਰ ਅਤੇ ਸਟਾਕਸ ਹੈ ਉਹ ਖਰੀਦਦਾ ਜਿਹੜਾ SIDBI ਹੈ। ਡਿਸਕਾਊਂਟ ਐਂਡ ਡਿਸਕਾਊਂਟ ਬਿੱਲ, ਕੋਈ ਸਰਕਾਰੀ ਮਸ਼ੀਨਰੀ ਖਰੀਦੀ ਗਈ, ਉਹ ਵੇਚੀ ਗਈ, ਉਹ ਸਾਰਾ ਉਸ ਦਾ ਹਿਸਾਬ ਇਹਨੇ ਰੱਖਣਾ ਹੈ। ਅਪਗ੍ਰੇਡੇਸ਼ਨ ਐਂਡ ਮਾਡਰਨਾਈਜੇਸ਼ਨ ਦਾ ਕੰਮ ਕਰਦਾ ਹੈ। ਕੁਆਲਿਟੀ ਐਂਡ এনवायरमेंट ਮੈਨੇਜਮੈਂਟ ਦੇ ਲਈ ਵੀ ਇਹਦਾ ਜਿਹੜਾ ਖਾਸ ਰੋਲ ਹੈ ਕਿ ਇਹਦੀ ਜਿਹੜੀ ਆਪਣੇ ਇਸਨੇ ਪੂਰੀ ਟ੍ਰੇਨਿੰਗ ਦੇਣੀ ਹੈ ਕਿ ਜਦੋਂ ਸਮਾਨ ਬਣਾ ਰਹੇ ਹੋ এনवायरमेंट 'ਤੇ ਵੀ ਕੋਈ ਅਸਰ ਨਾ ਹੋਵੇ ਅਤੇ ਕੁਆਲਿਟੀ ਆਫ ਪ੍ਰੋਡਕਟ ਵੀ ਵਧੀਆ ਰਹੇ। ਮਾਰਕੀਟਿੰਗ ਦੇ ਵਿੱਚ ਵੀ ਪੂਰੀ ਹੈਲਪ ਕਰਦਾ ਹੈ ਐਂਟਰਪ੍ਰੇਨਿਓਰ ਨੂੰ। SIDBI ਦੀਆਂ ਜੋ ਸਕੀਮਸ ਹੈ, ਸੈਟਿੰਗ ਆਫ ਇੰਡਸਟਰੀਅਲ ਅਸਟੇਟਸ, ਜਿਵੇਂ ਵੱਖਰੇ ਇੰਡਸਟਰੀ ਦੇ ਬਹੁਤ ਸਾਰੇ ਛੋਟੇ ਸ਼ੈੱਡ ਜਿੱਥੇ ਬਣਦੇ ਨੇ ਜਾਂ ਕੋਈ ਛੋਟੀ ਇੰਡਸਟਰੀ ਬਣਦੀਆਂ ਨੇ ਉਹ ਬਣਾਉਣੇ। ਫੋਕਲ ਪੁਆਇੰਟ ਵੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਾਂ ਕੋਈ ਇੰਡਸਟਰੀਅਲ ਅਸਟੇਟ ਅੱਜ ਕੱਲ੍ਹ ਬਣ ਰਹੀਆਂ ਉਹ SIDBI ਬਣਾਉਂਦਾ ਹੈ।
ਵੂਮਨ ਐਂਟਰਪ੍ਰੇਨਿਓਰ ਦੇ ਲਈ ਖਾਸ ਇਹਦੀਆਂ ਸਕੀਮਸ ਹੁੰਦੀਆਂ ਸਮਾਲ ਸਕੇਲ ਦੇ ਵਿੱਚ। ਜਿਹੜੇ ਅਪਗ੍ਰੇਡੇਸ਼ਨ ਲਈ ਇਹਦੇ ਕੋਲ ਸਕੀਮ ਹੁੰਦੀਆਂ, ਐਕਸਪੈਂਸਿਸ ਦੇ ਲਈ ਸਕੀਮ ਹੈ, ਨਿਊ ਯੂਨਿਟ ਜੋ ਸੈੱਟ ਕਰਨੇ ਹੈ ਉਹਨਾਂ ਦੇ ਲਈ ਇਹਦੇ ਕੋਲੇ ਬਹੁਤ ਸਾਰੀਆਂ ਸਕੀਮਸ ਹੁੰਦੀਆਂ ਜੋ ਸਿਡਬੀ ਤੋਂ ਜਾ ਕੇ ਪਤਾ ਲਈਆਂ ਜਾ ਸਕਦੀਆਂ। ਨਾਬਾਰਡ, ਨੈਸ਼ਨਲ ਬੈਂਕ ਫॉर ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ। ਤੁਸੀਂ ਕਈ ਵਾਰੀ ਪੜ੍ਹਿਆ ਹੋਣਾ, ਸੜਕਾਂ 'ਤੇ ਵੀ ਲਿਖਿਆ ਹੁੰਦਾ ਹੈ ਦਿਸ ਰੋਡ ਇਜ਼ ਕੰਸਟਰਕਟਡ ਔਰ ਮੇਨਟੇਨਡ ਬਾਈ ਨਾਬਾਰਡ। ਇਹ ਇੰਡੀਆ ਦਾ ਇੱਕ ਏਪੈਕਸ ਬੈਂਕ ਹੈ, ਸੁਪਰੀਮ ਬੈਂਕ ਹੈ, ਜਿਵੇਂ RBI ਹੈ ਉਸ ਤਰ੍ਹਾਂ ਦਾ ਹੀ ਇੱਕ ਤਰ੍ਹਾਂ ਦਾ ਇਹ ਬੈਂਕ ਹੈ। ਕਾਫੀ ਇਹਦੇ ਫੰਡ ਜਿਹੜੇ ਸਰਕਾਰ ਵੱਲੋਂ ਦਿੱਤੇ ਜਾਂਦੇ ਨੇ। ਇਟ ਪ੍ਰੋਵਾਈਡਸ ਕ੍ਰੈਡਿਟ ਟੂ ਪ੍ਰਮੋਟ ਐਗਰੀਕਲਚਰ ਐਂਡ ਜੋ ਸਮਾਲ ਸਕੇਲ ਇੰਡਸਟਰੀ ਇਨ ਰੂਰਲ ਏਰੀਆ। ਰੂਰਲ ਏਰੀਆਜ਼ ਦੇ ਲਈ ਇਸ ਦਾ ਸਾਰਾ ਕੰਮ ਹੈ, ਕਿਉਂਕਿ ਇਹਦਾ ਨਾਮ ਹੀ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਹੈ। ਨੈਸ਼ਨਲ ਬੈਂਕ ਮਤਲਬ ਖੇਤੀਬਾੜੀ ਲਈ ਜੋ ਸੁਸਾਇਟੀਆਂ ਦੇ ਵਿੱਚ ਲੋਨ ਦਿੰਦਾ ਹੈ ਫਾਰਮਰ ਦੀ ਹੈਲਪ ਕਰਨ ਦੇ ਲਈ, ਅਤੇ ਜੋ ਖੇਤੀਬਾੜੀ ਦੇ ਵਿੱਚ ਹੋਰ ਜਿਹੜੇ ਕੰਮ ਹੈ ਖੇਤੀਬਾੜੀ ਦੇ ਧੰਦੇ ਵੀ, ਜਾਂ ਪਿੰਡ ਦੇ ਹੋਰ ਜਿੰਨੇ ਵੀ ਪਿੰਡ ਦੇ ਵਿੱਚ ਕੋਈ ਇੰਡਸਟਰੀ ਲੱਗਣੀ ਹੈ ਤਾਂ ਨਬਾਰਡ ਦੇ ਥਰੂ ਉਸ ਨੂੰ ਕਾਫੀ ਫੰਡਿੰਗ ਹੋ ਜਾਂਦੀ ਹੈ। ਨਬਾਰਡ ਦੇ ਫੰਕਸ਼ਨ ਵੀ ਸੇਮ ਹੈ, ਬਸ ਇਹਨਾਂ ਦਾ ਇਹ ਹੈ ਕਿ ਇਹਦਾ ਸਾਰਾ ਕੰਮ ਰੂਰਲ ਏਰੀਆਜ਼ ਦੇ ਵਿੱਚ ਹੁੰਦਾ ਹੈ। ਇਟ ਪ੍ਰੋਵਾਈਡ ਫਾਈਨੈਂਸ ਫॉर ਵੇਰੀਅਸ ਡਿਵੈਲਪਮੈਂਟ ਐਕਟੀਵਿਟੀਜ਼ ਇਨ ਰੂਰਲ ਏਰੀਆਜ਼। ਇਟ ਕੋਆਰਡੀਨੇਟਸ ਦਾ ਆਪਰੇਸ਼ਨਸ ਆਫ ਰੂਰਲ ਕ੍ਰੈਡਿਟ ਇੰਸਟੀਟਿਊਸ਼ਨਸ, ਜਿਹੜੇ ਪੇਂਡੂ ਖੇਤਰਾਂ ਦੇ ਵਿੱਚ ਜਿਹੜੇ ਕੋਈ ਲੋਨ ਦੇਣ ਵਾਲੇ ਇੰਸਟੀਚਿਊਟ ਹੈ ਉਹਨਾਂ ਦਾ ਕੋਆਰਡੀਨੇਸ਼ਨ ਕਰਦਾ ਹੈ। ਡਿਵੈਲਪਸ ਐਕਸਪਰਟਾਈਜ਼ ਟੂ ਡੀਲ ਵਿਦ ਰੂਰਲ ਐਂਡ ਐਗਰੀਕਲਚਰ ਪ੍ਰੋਬਲਮ। ਜੋ ਖੇਤੀ ਵਾਲਿਆਂ ਨੂੰ ਜਾਂ ਪੇਂਡੂ ਖੇਤਰਾਂ ਦੇ ਵਿੱਚ ਕਿਸੇ ਨੇ ਇੰਡਸਟਰੀ ਲਾਈ ਹੈ, ਕੋਈ ਯੂਨਿਟ ਲਾਇਆ, ਉਹਨਾਂ ਨੂੰ ਜੋ ਪ੍ਰੋਬਲਮ ਆ ਰਹੀਆਂ ਉਹਨਾਂ ਨੂੰ ਡੀਲ ਕਰਨ ਦੇ ਲਈ ਐਕਸਪਰਟਸ ਨੂੰ ਵੀ ਇੱਕ ਕਮੇਟੀ ਬਣਾਉਂਦਾ, ਵੱਖਰੇ ਵੱਖਰੇ ਉਹਦੇ ਮੈਥਡ ਲੱਭਦਾ, ਟ੍ਰੇਨਿੰਗ ਐਂਡ ਰਿਸਰਚ ਦਿੰਦਾ ਹੈ, ਕੰਸਲਟੈਂਸੀ ਸਰਵਿਸਿਜ਼ ਦਿੰਦਾ ਹੈ, ਇੰਸਪੈਕਸ਼ਨ ਐਂਡ ਆਡਿਟ ਆਫ ਰੂਰਲ ਬੈਂਕ ਵੀ ਕਰਦਾ ਹੈ। ਐਂਡ ਇੰਟੀਗ੍ਰੇਟਿਡ ਡਿਵੈਲਪਮੈਂਟ, ਇਹਦੇ ਅੰਡਰ ਜਿਹੜੀਆਂ ਆ ਗਈਆਂ ਸੜਕਾਂ, ਪਾਣੀ ਦਾ ਜੋ ਪ੍ਰਬੰਧ ਹੈ, ਕਈ ਵਾਰੀ ਵਾਟਰ ਵਰਕਸ ਬਣਾਤਾ, ਸੜਕਾਂ ਬਣਾਤੀਆਂ, ਗਲੀਆਂ ਬਣਾਤੀਆਂ, ਨਾਲੀਆਂ ਬਣਾਤੀਆਂ, ਜੋ ਵੀ ਇੰਟੀਗ੍ਰੇਟਿਡ ਡਿਵੈਲਪਮੈਂਟ ਹੈ ਪਿੰਡਾਂ ਦੀ ਕਾਮਨ ਕਾਜ਼, ਉਹ ਸਾਰਾ ਕੁਛ ਜਿਹੜਾ ਹੈ, ਲਿੰਕ ਰੋਡ ਬਣਾਤੀਆਂ, ਇਹ ਜੋ ਹੈ ਨਾਬਾਰਡ ਦੇ ਅੰਡਰ ਇਹ ਕੰਮ ਸਾਰੇ ਆਉਂਦੇ ਨੇ। ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ, ਇਹ ਨੈਸ਼ਨਲ ਲੈਵਲ 'ਤੇ ਇੱਕ ਅਦਾਰਾ ਹੈ। ਕੰਮ ਇਹਦਾ ਵੀ ਸਾਰਾ ਉਹੀ ਹੈ ਜੋ ਹੁਣ ਤੱਕ ਆਪਾਂ ਪੜ੍ਹੇ ਹਾਂ, ਮਾਰਕੀਟਿੰਗ ਐਂਡ ਪ੍ਰਮੋਸ਼ਨ, ਇੰਟਰਨੈਸ਼ਨਲ ਨੈਸ਼ਨਲ ਦੋਨੋਂ ਪਾਸੇ ਇਸਨੇ ਮਾਰਕੀਟਿੰਗ ਕਰਾਉਣੀ, ਪ੍ਰਮੋਸ਼ਨ ਕਰਨੀ, ਉਹਦੀ ਪ੍ਰੋਡਕਟ ਦਾ ਸਾਰਾ ਕੈਟਾਲੌਗ ਬਣਾਉਣਾ, ਐਡਵਰਟਾਈਜ਼ ਕਰਨਾ, ਫਾਈਨੈਂਸ਼ੀਅਲ ਅਸਿਸਟੈਂਸ ਦੇਣੀ, ਰਾ ਮਟੀਰੀਅਲ ਨੂੰ ਜਿਹੜਾ ਹੈਗਾ ਉਸ ਨੂੰ ਪ੍ਰੋਕਿਓਰ ਕਰਨ ਲਈ ਵੀ, ਬਾਹਰੋਂ ਲੈਣ ਲਈ ਵੀ, ਅਪਗ੍ਰੇਡੇਸ਼ਨ ਅਤੇ ਮਾਡਰਨਾਈਜੇਸ਼ਨ ਯੂਨਿਟ ਨੂੰ ਕਰਨ ਦੇ ਲਈ, ਜੋ ਐਕਸਪੋਰਟ ਇਨਸੈਂਟਿਵ, ਜੇ ਕੋਈ ਚੀਜ਼ ਆਪਾਂ ਐਕਸਪੋਰਟ ਕਰਦੇ ਹਾਂ ਉੱਥੇ ਕੋਈ ਇਨਸੈਂਟਿਵ ਜੋ ਮਿਲਣਾ ਉਹ ਵੀ ਲੈਣ ਦੇ ਲਈ ਪੂਰੀ ਸਾਨੂੰ ਇਹ ਜਿਹੜੀ ਹੈ NSIC ਹੈ ਪੂਰੀ ਤਰ੍ਹਾਂ ਹੈਲਪ ਕਰਦੀ ਹੈ। ਟੈਕਨੀਕਲ ਅਸਿਸਟੈਂਸ ਵੀ ਦਿੰਦੀ ਹੈ ਪੂਰੀ ਤਰ੍ਹਾਂ, ਤਾਂ ਕਿ ਅਸੀਂ ਬਹੁਤ ਵਧੀਆ ਚੀਜ਼ਾਂ ਬਣਾਈਏ ਜਿਹੜੀਆਂ ਕਿ ਫੋਰਨ ਦੇ ਵਿੱਚ ਹੀ ਐਕਸੈਪਟ ਹੋਣ ਅਤੇ ਦੇਸ਼ ਨੂੰ ਵੀ ਫਾਇਦਾ ਹੋਏ। ਜਿਹਨੇ ਬਣਾਉਣਾ ਉਹਨੂੰ ਤਾਂ ਫਾਇਦਾ ਹੋਣਾ ਹੀ ਹੋਣਾ, ਦੇਸ਼ ਨੂੰ ਵੀ ਫਾਇਦਾ ਹੋਏ। ਐਕਸਪੋਰਟ ਅਸਿਸਟੈਂਸ, ਜੋ ਵੱਖਰੇ ਵੱਖਰੇ ਦੇਸ਼ਾਂ 'ਚ ਕਿਸ ਚੀਜ਼ ਦੀ ਮਾਰਕੀਟ ਕਿੱਥੇ ਹੈ, ਕਿਵੇਂ ਹੈ, ਕਿਹੋ ਜਿਹੀ ਚੀਜ਼ ਚਾਹੀਦੀ ਹੈ। ਇਸ ਨੇ ਹੁਣ 2-3 ਆਫਿਸ ਜਿਹੜੇ ਨੇ ਆਪਣੇ ਸਾਊਥ ਅਫਰੀਕਾ, ਦੁਬਈ, ਹੋਰ ਦੇਸ਼ਾਂ ਵਿੱਚ ਵੀ ਖੋਲ੍ਹ ਰਹੀ ਹੈ, ਤਾਂ ਕਿ ਜਿਹੜਾ ਸਾਡਾ ਇੰਡੀਆ ਦਾ ਜੋ ਵੀ ਯੂਥ ਹੈ, ਜੋ ਨਵਾਂ ਐਂਟਰਪ੍ਰੇਨਿਓਰ ਹੈ, ਉਹ ਕੋਈ ਵੀ ਕੰਮ ਜੇਕਰ ਖੋਲ੍ਹਦਾ ਹੈ ਤਾਂ ਉਸ ਨੂੰ ਚੀਜ਼ ਜਿਹੜੀ ਐਕਸਪੋਰਟ ਕਰਨ ਦੇ ਲਈ ਬਾਹਰ ਕੋਈ ਦਿੱਕਤ ਨਾ ਆਏ। ਅਤੇ ਬਾਹਰ ਵੀ ਜਿਹੜੇ ਬਾਇਰ ਸੈਲਰ ਮੀਟ ਕਰਵਾਉਂਦੀ ਹੈ, ਬਹੁਤ ਅੱਛਾ ਅਦਾਰਾ ਹੈ। ਐਕਸਪੋਰਟ ਜਿੰਨੇ ਕਰਨਾ ਇਹੋ ਜਿਹੀ ਚੀਜ਼ ਬਣਾਉਣੀ ਹੈ ਤਾਂ ਉਹਦੇ ਲਈ NSIC ਬਹੁਤ ਅੱਛਾ ਅਦਾਰਾ ਹੈ। ਇਸ ਤੋਂ ਇਲਾਵਾ ਹੋਰ ਵੀ ਸਰਕਾਰੀ ਅਦਾਰੇ ਹੈਗੇ ਨੇ ਜਿਹੜੇ ਐਂਟਰਪ੍ਰੇਨਿਓਰਸ਼ਿਪ ਨੂੰ ਬਹੁਤ ਸਾਰੀ ਹੈਲਪ ਕਰਦੇ ਨੇ, ਐਂਟਰਪ੍ਰੇਨਿਓਰ ਦੀ ਅਸਿਸਟੈਂਟ ਕਰਦੇ ਨੇ। ਇੱਕ ਨਿਟਕੋਨ ਹੈ, ਨਾਰਥ ਇੰਡੀਆ ਟੈਕਨੀਕਲ ਕੰਸਲਟੈਂਸੀ ਆਰਗੇਨਾਈਜੇਸ਼ਨ, ਇਸ ਤੋਂ ਵੀ ਸਾਰੀ ਕੰਸਲਟੈਂਸੀ ਟੈਕਨੀਕਲੀ ਅਤੇ ਸਾਰਾ ਜੋ ਲੋਨ ਲੈਣਾ, ਪ੍ਰੋਜੈਕਟ ਰਿਪੋਰਟ ਬਣਾਉਣਾ, ਪੂਰੀ ਇਹ ਹੈਲਪ ਕਰਦੇ ਨੇ। RCED ਹੈ, ਰੀਜਨਲ ਸੈਂਟਰ ਫॉर ਐਂਟਰਪ੍ਰੇਨਿਓਰਸ਼ਿਪ ਡਿਵੈਲਪਮੈਂਟ, ਇਹ ਵੀ ਪੂਰੀ ਹੈਲਪ ਕਰਦਾ ਹੈ, ਐਂਟਰਪ੍ਰੇਨਿਓਰ ਨੂੰ ਉਸ ਦੀ ਪੂਰੀ ਸਹਾਇਤਾ ਦਿੰਦਾ ਹੈ। PDDB ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ, ਕਿਸੇ ਨੇ ਪੰਜਾਬ ਦੇ ਵਿੱਚ ਡੇਅਰੀ ਖੋਲ੍ਹਣੀ ਹੈ ਉਹਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਉਹਨਾਂ ਨੂੰ ਹੈਲਪ ਕੀਤੀ ਜਾਂਦੀ ਹੈ ਕਿ ਜੋ ਕਿਵੇਂ ਜਿਹੜੇ ਨੇ ਆਪਣੇ ਗਾਵਾਂ ਮੱਝਾਂ ਕਿਸ ਤਰ੍ਹਾਂ ਦੀਆਂ ਲੈਣੀਆਂ, ਕਿਵੇਂ ਉਹਨਾਂ ਨੂੰ ਪਾਲਣਾ, ਕਿਵੇਂ ਉਹਨਾਂ ਦੇ ਅੱਗੇ ਰੱਖ ਰਖਾਅ ਕਰਨਾ, ਜੋ ਪ੍ਰੋਡਕਟ ਹੈ ਦੁੱਧ ਦਾ ਕੀ ਕਰਨਾ, ਉਹ ਸਾਰੀ ਟ੍ਰੇਨਿੰਗ ਹੈ ਉਹ ਵੀ ਦਿੰਦੇ ਨੇ, ਪੂਰੀ ਹੈਲਪ ਕਰਦੇ ਨੇ, ਫਾਈਨੈਂਸ਼ੀਅਲ ਅਸਿਸਟੈਂਸ ਵੀ ਦਿੰਦੇ ਨੇ। RCT ਹੈ, ਰੂਰਲ ਸੈਲਫ ਇੰਪਲਾਇਮੈਂਟ ਟ੍ਰੇਨਿੰਗ ਇੰਸਟੀਚਿਊਟ,
ਇਹ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਇਹ ਪੰਜਾਬ ਦੇ ਵਿੱਚ 3-4 ਥਾਵਾਂ ਤੇ ਇਹ ਇੰਸਟੀਚਿਊਟ ਚੱਲਦਾ ਹੈ। ਉਹ ਸਿਰਫ ਪੇਂਡੂ ਖੇਤਰਾਂ ਵਾਸਤੇ ਸੈਲਫ ਐਮਪਲਾਇਮੈਂਟ ਲਈ ਹੈਲਪ ਕਰਦਾ ਹੈ, ਟ੍ਰੇਨਿੰਗ ਦਿੰਦਾ ਹੈ। ਅੱਜ ਦਾ ਲੈਕਚਰ ਆਪਾਂ ਇੱਥੇ ਖ਼ਤਮ ਕਰਦੇ ਹਾਂ। ਨੈਕਸਟ ਲੈਕਚਰ ਦੇ ਵਿੱਚ ਮੈਂ ਐਂਟਰਪ੍ਰੀਨਿਓਰਸ਼ਿਪ ਦੇ ਅੰਡਰ ਹੀ ਮਾਰਕੀਟ ਸਰਵੇ ਤੇ ਅਪਰਚੁਨਿਟੀ ਆਇਡੈਂਟੀਫਿਕੇਸ਼ਨ ਇਹ ਆਪਾਂ ਡਿਸਕਸ ਕਰਾਂਗੇ। ਥੈਂਕ ਯੂ ਵੈਰੀ ਮਚ।